हाँ जी बेटा, ਆਪਾਂ ਇਸ 20th ਚੈਪਟਰ ਦੀ ਮੈਂ ਥੋੜੀ ਜਿਹੀ ਵੀਡੀਓ ਬਣਾ ਕੇ ਭੇਜ ਰਹੀ ਹਾਂ ਅੱਜ। ਇਹ ਚੈਪਟਰ ਦਾ ਨਾਮ ਹੈਗਾ ਥਿਊਰੀ ਆਫ ਇਕਨੋਮਿਕ ਪਲੈਨਿੰਗ। ਜਿਹੜੀ ਇਕਨੋਮਿਕ ਪਲੈਨਿੰਗ ਹੈ, ਠੀਕ ਹੈ, ਉਹਦਾ ਸਿਧਾਂਤ ਕੀ ਹੈਗਾ। ਸਭ ਤੋਂ ਪਹਿਲਾਂ ਆਪਾਂ ਇਕਨੋਮਿਕ ਪਲੈਨਿੰਗ ਦਾ ਮਤਲਬ ਸਮਝਾਂਗੇ। ਦੇਖੋ, ਇਕਨੋਮਿਕ ਪਲੈਨਿੰਗ ਦਾ ਮਤਲਬ ਹੁੰਦਾ ਹੈ ਕਿ ਇਕੋਨਮੀ ਨੂੰ ਲੈ ਕੇ ਪਹਿਲਾਂ ਥਿੰਕਿੰਗ ਬਿਫੋਰ ਡੂਇੰਗ, ਵੀ ਕੁਝ ਸੋਚਣਾ ਵੀ ਇਕੋਨਮੀ ਦੇ ਵਿੱਚ ਜਿਹੜਾ ਆਰਥਿਕ ਵਿਕਾਸ ਹੈ ਉਹ ਇੱਕ ਦੇਸ਼ ਦੇ ਵਿੱਚ ਕਿਵੇਂ ਹੋ ਸਕਦਾ। ਖਾਸ ਕਰ ਜਿਹੜੇ ਅੰਡਰ ਡਿਵੈਲਪ ਇਕੋਨਮੀਜ਼ ਨੇ ਉਹਨਾਂ ਦਾ ਵੀ ਵਿਕਾਸ ਕਿਵੇਂ ਹੋ ਸਕਦਾ, ਕਿਹੜੇ ਸਾਧਨਾਂ ਦੀ ਲੋੜ ਹੈ, ਕਿਸ ਤਰੀਕੇ ਨਾਲ ਕੀਤਾ ਜਾਊਗਾ। ਅਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਪਲੈਨਿੰਗ ਕੀਤੀ ਜਾਂਦੀ ਹੈ, ਨਿਯੋਜਨ ਕੀਤਾ ਜਾਂਦਾ ਗਾ, ਜਿਹਨੂੰ ਆਪਾਂ ਆਰਥਿਕ ਨਿਯੋਜਨ ਦਾ ਨਾਮ ਦਿੰਦੇ ਹਾਂ। ਕਹਿਣ ਦਾ ਮਤਲਬ ਕੀ ਹੈ ਕਿ ਆਰਥਿਕ ਨਿਯੋਜਨ ਦਾ ਮਤਲਬ ਉਹ ਤਰੀਕਾ ਜਿਹਦੇ ਵਿੱਚ ਸੈਂਟਰ ਦੀ ਮਤਲਬ ਕੇਂਦਰੀ ਯੋਜਨਾ ਅਧਿਕਾਰੀ ਦੇ ਸਾਧਨਾਂ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਟਾਈਮ ਪੀਰੀਅਡ ਦੇ ਵਿੱਚ ਜੋ ਵੀ ਉਦੇਸ਼ ਨੇ ਉਹਨਾਂ ਦੀ ਪੂਰਤੀ ਦੇ ਲਈ ਆਰਥਿਕ ਤੱਤਾਂ ਨੂੰ ਕੰਟਰੋਲ ਕਰਨ ਦਾ ਯਤਨ ਕਰਦੇ ਨੇ, ਉਹਨੂੰ ਤੁਸੀਂ ਆਰਥਿਕ ਪਲੈਨਿੰਗ ਯਾਨੀ ਕਿ ਆਰਥਿਕ ਨਿਯੋਜਨ ਦਾ ਨਾਮ ਦਿੰਦੇ ਹੋ। ਠੀਕ ਹੈ। ਜੇ ਯੋਜਨਾ ਆਯੋਗ ਦੀ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਪਲੈਨਿੰਗ ਇੱਕ ਪਰਪੋਜ਼ਿਵ ਅਡੋਪਟੇਸ਼ਨ ਆਫ ਰਿਸੋਰਸ ਆਫ ਸੋਸ਼ਲ ਐਂਡਸ, ਮਤਲਬ ਨਿਯੋਜਨ ਸਮਾਜਿਕ ਉਦੇਸ਼ਾਂ ਦੀ ਪ੍ਰਾਪਤੀ ਲਈ ਸਾਧਨਾਂ ਦਾ ਸਹੀ ਕਿਵੇਂ ਪ੍ਰਯੋਗ ਕਰਨਾ ਹੈ, ਉਹਨੂੰ ਆਰਥਿਕ ਨਿਯੋਜਨ ਦੇ ਵਿੱਚ ਕਾਊਂਟ ਕੀਤਾ ਜਾਂਦਾ ਹੈ। ਫਿਰ ਗੱਲ ਆਉਂਦੀ ਹੈ ਕਿ ਆਰਥਿਕ ਨਿਯੋਜਨ ਦੀਆਂ ਵਿਸ਼ੇਸ਼ਤਾਵਾਂ ਕੀ ਨੇ, ਮਤਲਬ ਫੀਚਰਸ ਕੀ ਨੇ। ਸਭ ਤੋਂ ਪਹਿਲਾਂ ਸੈਂਟਰਲ ਲੈਵਲ ਦੀ ਹੈ। ਸੈਂਟਰਲ ਲੈਵਲ ਦਾ ਮਤਲਬ ਕਿ ਇਹਦੇ ਵਿੱਚ ਜਿਹੜੇ ਸੈਂਟਰਲ ਪ੍ਰੋਬਲਮਸ ਨੇ ਉਹਨਾਂ ਨੂੰ ਪਹਿਲਾਂ ਸਟੱਡੀ ਕੀਤਾ ਜਾਂਦਾ ਗਾ, ਜਿਵੇਂ ਵਟ ਟੂ ਬੀ ਪ੍ਰੋਡਿਊਸਡ, ਹਾਊ ਮਚ ਟੂ ਪ੍ਰੋਡਿਊਸ, ਵੀ ਕੀ ਬਣਾਉਣਾ, ਕਿੰਨੀ ਮਾਤਰਾ 'ਚ ਬਣਾਇਆ ਜਾਵੇ, ਫੋਰ ਹੂਮ ਟੂ ਪ੍ਰੋਡਿਊਸ, ਕਿਹਨਾਂ ਲਈ ਬਣਾਇਆ ਜਾਵੇ, ਹਾਊ ਟੂ ਪ੍ਰੋਡਿਊਸ, ਕਿਵੇਂ ਬਣਾਇਆ ਜਾਵੇ। ਮਤਲਬ ਇਹ ਸੈਂਟਰਲ ਪ੍ਰੋਬਲਮਸ ਨੇ, ਇਹਨਾਂ ਨੂੰ ਸੌਟ ਆਊਟ ਕਰਨ ਦੇ ਲਈ ਸਭ ਤੋਂ ਪਹਿਲਾਂ ਕੀ ਬਣਾਈ ਜਾਂਦੀ ਹੈ, ਪਲੈਨਿੰਗ ਕੀਤੀ ਜਾਂਦੀ ਹੈ ਇਕੋਨਮੀ ਨੂੰ ਲੈ ਕੇ। ਫਿਰ ਆਉਂਦਾ ਇਹ ਸੈੱਟ ਓਬਜੈਕਟਿਵਸ। ਪਲੈਨਿੰਗ ਆਪਾਂ ਤਾਂ ਹੀ ਕਰਾਂਗੇ ਜੇਕਰ ਸਾਡਾ ਮੂਹਰੇ ਮਕਸਦ, ਸਾਡਾ ਓਬਜੈਕਟਿਵ, ਸਾਡਾ ਗੋਲ ਖੜਾ ਹੋਊਗਾ। ਜਿੰਨਾ ਚਿਰ ਆਪਾਂ ਗੋਲ ਓਬਜੈਕਟਿਵ ਨੂੰ ਡਿਸਾਈਡ ਨਹੀਂ ਕਰਦੇ, ਕੋਈ ਵੀ ਪਲੈਨਿੰਗ ਜਿਹੜੀ ਆ ਉਹ ਨਹੀਂ ਹੋ ਸਕਦੀ ਗੀ। ਮੰਨ ਲਓ ਜੇ ਦੇਸ਼ ਦੇ ਵਿੱਚ ਇੰਡਸਟਰੀਲਾਈਜੇਸ਼ਨ ਨੂੰ ਵਧਾਉਣਾ ਹੈ, ਦੇਸ਼ ਦੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨਾ ਗਾ, ਪੋਵਰਟੀ ਨੂੰ ਦੂਰ ਕਰਨਾ, ਸਟੈਂਡਰਡ ਆਫ ਲਿਵਿੰਗ ਨੂੰ ਉੱਚਾ ਕਰਨਾ ਗਾ, ਤਾਂ ਇਹ ਇੱਕ ਓਬਜੈਕਟਿਵ ਹੋ ਜਾਣਾ ਕਿਸੇ ਵੀ ਇੱਕ ਪਰਟੀਕੂਲਰ ਇਕਨੋਮਿਕ ਪਲੈਨਿੰਗ ਦਾ। ਥਰਡ ਆਉਂਦਾ ਜੀ ਸਰਕਾਰੀ ਕੰਟਰੋਲ। ਹੁਣ ਇਹ ਕਿਹਦੇ ਹੱਥਾਂ 'ਚ ਆ ਗਿਆ, ਸਾਰਾ ਇਹ ਗਵਰਨਮੈਂਟ ਦੇ ਹੱਥਾਂ 'ਚ ਆ ਗਿਆ। ਵੀ ਗਵਰਨਮੈਂਟ ਨੇ ਹੀ ਇਹਨੂੰ ਪਲਾਨ ਕਰਨਾ ਅਤੇ ਗਵਰਨਮੈਂਟ ਨੇ ਹੀ ਇਹਨੂੰ ਐਕਸੀਕਿਊਟ ਕਰਨਾ। ਐਗਜ਼ੀਕਿਊਟ ਮਤਲਬ ਲਾਗੂ ਕਰਨਾ, ਅਤੇ ਗਵਰਨਮੈਂਟ ਨੇ ਹੀ ਫਿਰ ਇਹਨੂੰ ਕੰਟਰੋਲ ਕਰਨਾ ਕਿ ਜਿਵੇਂ ਮੈਂ ਪਲੈਨਿੰਗ ਕੀਤੀ ਸੀ ਉਸ ਤਰੀਕੇ ਨਾਲ ਸਾਡਾ ਕੰਮ ਜਿਹੜਾ ਹੋਇਆ ਜਾਂ ਨਹੀਂ ਹੋਇਆ ਗਾ। ਨੈਕਸਟ ਆਉਂਦਾ ਫਾਰਮੂਲੇਸ਼ਨ ਆਫ ਪ੍ਰੋਗਰਾਮਿੰਗ। ਹੁਣ ਇਹਨਾਂ ਪ੍ਰੋਬਲਮਸ ਜਿਹੜੀਆਂ ਹੁਣ ਆਉਣਗੀਆਂ, ਜਿਨ੍ਹਾਂ ਨੂੰ ਲੈ ਕੇ ਤੁਸੀਂ ਪਲੈਨਿੰਗ ਕਰ ਰਹੀ ਹੈ, ਸਰਕਾਰ ਪਲੈਨਿੰਗ ਕਰ ਰਹੀ ਹੈ, ਅਤੇ ਉਹਨਾਂ ਨਾਲ ਰਿਲੇਟਡ ਉਹ ਪ੍ਰੋਗਰਾਮਸ ਸਟਾਰਟ ਕਰਾਏਗੀ। ਠੀਕ ਹੈ। ਜੇ ਬੇਰੁਜ਼ਗਾਰੀ ਨੂੰ ਦੂਰ ਕਰਨਾ ਤਾਂ ਉਹਨਾਂ ਵਾਸਤੇ ਕੀ ਪ੍ਰੋਗਰਾਮ ਸ਼ੁਰੂ ਕਰਨਾ, ਗਰੀਬੀ ਨੂੰ ਦੂਰ ਕਰਨ ਲਈ ਕੀ ਕਰਨਾ ਗਾ, ਮਹਿੰਗਾਈ ਨੂੰ ਦੂਰ ਕਰਨ ਲਈ ਕੀ ਕਰਨਾ। ਅਲੱਗ-ਅਲੱਗ ਪ੍ਰੋਗਰਾਮਸ, ਪ੍ਰੋਜੈਕਟ ਬਣਾਏ ਜਾਂਦੇ ਨੇ। ਉਹ 'ਤੇ ਕਿੰਨਾ ਖਰਚਾ ਆਏਗਾ, ਕਿੰਨੀ ਇਨਕਮ ਹੋਣ ਦੀ ਪੋਸੀਬਿਲਿਟੀ ਹੈ, ਕਿੰਨੀ ਕੈਪੀਟਲ ਲਗਾਈ ਜਾਊਗੀ, ਇਹਦੇ ਬਾਰੇ ਡਿਸਕਸ ਕੀਤਾ ਜਾਂਦਾ ਗਾ। ਫਿਰ ਆਉਂਦਾ ਟੈਕਨੀਕਲ ਕੋਆਰਡੀਨੇਸ਼ਨ। ਟੈਕਨੀਕਲ ਕੋਆਰਡੀਨੇਸ਼ਨ ਦਾ ਮਤਲਬ ਹੁੰਦਾ ਕਿ ਦੇਖੋ ਹੁਣ ਆਪਣੇ ਕੋਲ ਜਿਵੇਂ ਸੈਕਟਰਸ ਹੁੰਦੇ ਨੇ, ਠੀਕ ਹੈ, ਹਾਊਸ ਹੋਲਡ ਸੈਕਟਰ ਹੈ, ਪ੍ਰੋਡਿਊਸਰ ਸੈਕਟਰ ਹੈ, ਗਵਰਨਮੈਂਟ ਸੈਕਟਰ ਹੈ, ਔਰ ਰੈਸਟ ਆਫ ਦਾ ਵਰਲਡ ਸੈਕਟਰ ਹੈ। ਹਾਊਸ ਹੋਲਡ ਸੈਕਟਰ ਗਵਰਨਮੈਂਟ, ਮਤਲਬ ਹਾਊਸ ਹੋਲਡ ਸੈਕਟਰ ਗਵਰਨਮੈਂਟ ਅਤੇ ਪ੍ਰੋਡਿਊਸਰ ਸੈਕਟਰ ਦੇ ਨਾਲ ਕਿਵੇਂ ਲੈਣ ਦੇਣ ਕਰਦਾ, ਉਹਨਾਂ ਦਾ ਆਪਸ ਦੇ ਵਿੱਚ ਕੀ ਲੈਣ ਦੇਣ ਹੈ, ਠੀਕ ਹੈ ਨਾ, ਕਿਵੇਂ ਉਹ ਤਾਲਮੇਲ ਬਣਾ ਕੇ ਰੱਖਦੇ ਨੇ। ਇਹ ਸਾਰਾ ਤਾਲਮੇਲ ਇਸ ਪਲੈਨਿੰਗ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਗਾ। ਫਿਰ ਆਉਂਦਾ ਜੀ ਕੰਪਲੀਟ ਡਿਵੈਲਪਮੈਂਟ। ਫਿਰ ਪਲੈਨਿੰਗ ਦਾ ਮਤਲਬ ਮੇਨ ਫੀਚਰਸ ਕੀ ਹੁੰਦਾ ਹੈ ਕਿ ਦੇਸ਼ ਦੇ ਵਿੱਚ ਕੰਪਲੀਟ ਵਿਕਾਸ, ਡਿਵੈਲਪਮੈਂਟ ਜਿਹੜੀ ਆ ਉਹ ਲਿਆਂਦੀ ਜਾਵੇ, ਉਹਦੀ ਕੋਸ਼ਿਸ਼ ਕੀਤੀ ਜਾਂਦੀ ਆ। ਲਾਸਟ ਇਹਦੇ ਫੀਚਰ ਆਉਂਦੇ ਆ ਡੈਫੀਨੇਟ ਟਾਈਮ, ਅਤੇ ਇੱਕ ਟਾਈਮ ਪੀਰੀਅਡ ਵੀ ਫਿਕਸ ਕੀਤਾ ਜਾਂਦਾ ਕਿ ਇੰਨੇ ਟਾਈਮ ਦੇ ਵਿੱਚ ਅਸੀਂ ਇਹ ਵਾਲਾ ਟਾਰਗੇਟ ਜਿਹੜਾ ਗਾ ਕੰਪਲੀਟ ਕਰਨਾ, ਅਤੇ ਉਹਨੇ ਟਾਈਮ ਪੀਰੀਅਡ ਦੇ ਵਾਸਤੇ ਆਪਾਂ ਪਲੈਨਿੰਗ ਜਿਹੜੀ ਆ ਉਹ ਗਵਰਨਮੈਂਟ ਵੱਲੋਂ ਕੀਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਨੈਕਸਟ ਮਤਲਬ ਇਹ ਕੰਟੀਨਿਊ ਚੱਲਦੀ ਰਹਿੰਦੀ ਹੈ। ਇਹਦੇ ਕੁਛ ਕੁ ਫੀਚਰਸ ਹੈਗੇ ਨੇ। ਨੈਕਸਟ ਵੈਰੀ ਇੰਪੋਰਟੈਂਟ ਕਿ ਇਕਨੋਮਿਕ ਪਲੈਨਿੰਗ ਦੇ ਓਬਜੈਕਟਿਵਸ ਕੀ ਨੇ, ਮੀਨਸ ਉਦੇਸ਼ ਕੀ ਨੇ। ਅਤੇ ਇਹਦੇ ਆਪਾਂ 3 ਮੇਨ ਉਦੇਸ਼ ਬਣਾਏ ਨੇ। ਉਹ 'ਚੋਂ ਪਹਿਲਾ ਹੈਗਾ ਜੀ ਆਰਥਿਕ ਉਦੇਸ਼, ਮੀਨਸ ਇਕਨੋਮਿਕ ਓਬਜੈਕਟਿਵ। ਇਹਦੇ ਵਿੱਚ ਸਭ ਤੋਂ ਪਹਿਲਾ ਉਦੇਸ਼ ਬਿਲਕੁਲ ਸਿੰਪਲ ਹੈ। ਦੇਸ਼ ਦਾ ਪਲੈਨਿੰਗ ਦਾ ਪਹਿਲਾ ਉਦੇਸ਼ ਇਹ ਹੁੰਦਾ ਹੈ ਕਿ ਦੇਸ਼ ਦੀ ਰਾਸ਼ਟਰੀ ਆਮਦਨ ਅਤੇ ਪ੍ਰਤੀ ਵਿਅਕਤੀ ਆਮਦਨ ਦੋਨਾਂ ਨੂੰ ਵਧਾਇਆ ਜਾ ਸਕੇ। ਜਿਹੜੇ ਵੀ ਮੈਥਡਸ ਨਾਲ ਵਧਾਉਣਾ ਗਾ ਉਹਨੂੰ ਉਸ ਪਲੈਨਿੰਗ ਦੇ ਵਿੱਚ ਡਿਸਕਸ ਕੀਤਾ ਜਾਂਦਾ ਗਾ। ਨੰਬਰ 2 'ਤੇ ਆਉਂਦਾ ਕਿ ਆਰਥਿਕ ਅਸਮਾਨਤਾ ਨੂੰ ਘੱਟ ਕਰਨਾ। ਹੁਣ ਦੇਖੋ ਕੋਈ ਸੈਕਟਰ ਬਹੁਤ ਵਧੀਆ ਡਿਵੈਲਪ ਹੋ ਰਿਹਾ, ਕੋਈ ਸੈਕਟਰ ਬਹੁਤ ਪਿੱਛੇ ਜਾ ਰਿਹਾ। ਉਹਨਾਂ ਦੋਨਾਂ ਨੂੰ ਯਾਨੀ ਕਿ ਅਮੀਰ ਅਤੇ ਗਰੀਬ ਨੂੰ ਬੈਲੈਂਸ 'ਚ ਲਿਆਉਣ ਦੇ ਲਈ
ਕਿਵੇਂ ਪਲੈਨਿੰਗ ਕਰਨੀ ਚਾਹੀਦੀ ਆ ਉਹ ਇਹਦੇ ਵਿੱਚ ਡਿਸਕਸ ਕੀਤਾ ਜਾਂਦਾ ਹੈ। ਫਿਰ ਆਉਂਦਾ ਖੇਤਰੀ ਅਸਮਾਨਤਾਵਾਂ ਨੂੰ, ਸੇਮ ਉਹੀ ਵੀ ਜਿਹੜੇ ਖੇਤਰ ਬੈਕਵਰਡ ਨੇ ਉਹਨਾਂ ਨੂੰ ਫਾਰਵਰਡ ਲਿਆਉਣ ਦੇ ਵਿੱਚ ਕਿਵੇਂ ਉਹਨਾਂ ਨੂੰ ਲਿਆਂਦਾ ਜਾ ਸਕਦਾ, ਕਿਵੇਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ, ਉਹ ਪਲੈਨਿੰਗ ਦੇ ਵਿੱਚ ਡਿਸਕਸ ਕੀਤਾ ਜਾਂਦਾ ਗਾ। ਫਿਰ ਕੀਮਤਾਂ ਨੂੰ ਕੀ ਰੱਖਿਆ ਜਾਂਦਾ ਗਾ, ਸਥਿਰ ਰੱਖਿਆ ਜਾਂਦਾ ਗਾ ਇਕਨੋਮਿਕ ਉਦੇਸ਼ ਦੇ ਵਿੱਚ, ਠੀਕ ਹੈ। ਆਰਥਿਕ ਦਾ ਵਿਕਾਸ ਕੀਤਾ ਜਾਂਦਾ ਗਾ। ਪੂਰਨ ਰੁਜ਼ਗਾਰ ਮਤਲਬ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਮਿਲੇ ਤਾਂ ਆਪਣੀ ਆਮਦਨ ਨੂੰ ਵਧਾ ਸਕਣ। ਫਿਰ ਜਿਹੜੇ ਸਾਧਨ ਨੇ ਉਹਨਾਂ ਦਾ ਸਹੀ ਪ੍ਰਯੋਗ ਕਰਨ ਵਿੱਚ ਪਲੈਨਿੰਗ ਜਿਹੜੀ ਆ ਉਹ ਕੀਤੀ ਜਾਂਦੀ ਆ। ਸਾਧਨ ਆਪਣੇ ਕੋਲ ਦੋ ਹੁੰਦੇ ਆ, ਇੱਕ ਨੈਚੁਰਲ ਹੁੰਦੇ ਆ, ਇੱਕ ਫਿਜ਼ੀਕਲ ਵੀ ਹੁੰਦੇ ਆ, ਹਿਊਮਨ ਅਤੇ ਫਿਜ਼ੀਕਲ ਹੁੰਦੇ ਨੇ। ਉਹਨਾਂ ਦੋਨਾਂ ਨੂੰ ਦਾ ਸਹੀ ਯੂਜ਼ ਹੋ ਸਕੇ ਤਾਂ ਕਿ ਕੋਈ ਵੀ ਸਾਧਨ ਵੇਸਟ ਨਾ ਹੋ ਸਕੇ, ਉਸ ਵਾਸਤੇ ਪਲੈਨਿੰਗ ਕੀਤੀ ਜਾਂਦੀ ਹੈ। ਸੈਲਫ ਸਫੀਸ਼ੈਂਸੀ ਦਾ ਮਤਲਬ ਹੁੰਦਾ ਵੀ ਹੁਣ ਦੇਖੋ ਸੰਸਾਰ ਹੈ, ਸੰਸਾਰ ਦੇ ਵਿੱਚ ਇੱਕ ਦੇਸ਼ ਦੂਜੇ ਦੇਸ਼ 'ਤੇ ਡਿਪੈਂਡ ਹੈਗਾ, ਠੀਕ ਹੈ। ਜਦੋਂ ਆਪਾਂ ਦੂਜਿਆਂ 'ਤੇ ਜ਼ਿਆਦਾ ਡਿਪੈਂਡ ਹੋ ਜਾਂਦੇ ਹਾਂ ਤਾਂ ਆਪਣੇ ਲਈ ਇਹ ਖਤਰਾ ਬਣ ਜਾਂਦਾ ਹੈਗਾ। ਹੋ ਸਕੇ ਦੇਸ਼ ਨੂੰ ਕੀ ਹੋਣਾ ਚਾਹੀਦਾ ਹੈਗਾ, ਸੈਲਫ ਡਿਪੈਂਡ ਬਣਨਾ ਚਾਹੀਦਾ ਹੈਗਾ, ਉਹ ਵੀ ਇੱਕ ਪਲੈਨਿੰਗ ਦਾ ਹਿੱਸਾ ਬਣਦਾ। ਰੀਕਨਸਟਰਕਸ਼ਨ ਦਾ ਮਤਲਬ ਹੁੰਦਾ ਕਿ ਜਿਵੇਂ ਮੰਨ ਲਓ ਕੋਈ ਲੜਾਈ, ਕੋਈ ਝਗੜਾ, ਕੋਈ ਇਹੋ ਜਿਹੀ ਜਿਵੇਂ ਭੂਚਾਲ ਆ ਗਿਆ, ਹੜ੍ਹ ਆ ਗਿਆ, ਅਤੇ ਉਹਦੇ ਨਾਲ ਜੇਕਰ ਇਕੋਨਮੀ ਖਰਾਬ ਹੋਈ ਹੈ ਤਾਂ ਉਹਨੂੰ ਦੁਬਾਰਾ ਤੋਂ ਸੁਧਾਰ ਲਿਆਉਣਾ। ਮਤਲਬ ਇਹ ਜਿਹੜੇ 9 ਦੇ 9 ਪੁਆਇੰਟ ਨੇ ਇਹ ਤੁਹਾਡੇ ਆਰਥਿਕ ਉਦੇਸ਼ ਦੇ ਵਿੱਚ ਕਾਊਂਟ ਹੁੰਦੇ ਨੇ। ਅਗਲਾ ਉਦੇਸ਼ ਹੁੰਦਾ ਸਮਾਜਿਕ ਉਦੇਸ਼। ਸਮਾਜਿਕ ਉਦੇਸ਼ ਦੇ ਵਿੱਚ ਆ ਗਿਆ ਵੀ ਸਮਾਜ ਨੂੰ ਲੈ ਕੇ, ਮਨੁੱਖ ਨੂੰ ਲੈ ਕੇ ਜਿਹੜੇ ਉਹਨਾਂ ਦੀ ਭਲਾਈ ਦੇ ਲਈ ਕੰਮ ਕੀਤੇ ਜਾਂਦੇ ਨੇ ਉਹਨੂੰ ਆਪਾਂ ਸਮਾਜਿਕ ਉਦੇਸ਼ ਬੋਲਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਸਮਾਜਿਕ ਸੁਰੱਖਿਆ। ਐਜ਼ ਵੀ ਨੋ ਆਪਾਂ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ ਅਤੇ ਆਪਾਂ ਨੂੰ ਪਤਾ ਹੀ ਹੈ ਕਿ ਆਪਣੀ ਸੁਰੱਖਿਆ ਬਹੁਤ ਜ਼ਰੂਰੀ ਆ। ਜਿਵੇਂ ਆਪਾਂ ਬੇਰੁਜ਼ਗਾਰ ਨਾ ਹੋ ਜਾਈਏ, ਸਾਡਾ ਕਿਤੇ ਐਕਸੀਡੈਂਟ ਨਾ ਹੋ ਜਾਏ, ਕੋਈ ਇਹੋ ਜਿਹੀ ਭਿਆਨਕ ਬਿਮਾਰੀ ਨਾ ਲੱਗ ਜਾਏ, ਇਸ ਤਰ੍ਹਾਂ ਸਾਰੇ ਡਰ ਨੇ। ਇਹਨਾਂ ਡਰਾਂ ਨੂੰ ਤੋਂ ਦੂਰ ਹੋਣ ਲਈ ਸਾਨੂੰ ਸੁਰੱਖਿਆ ਦੀ ਲੋੜ ਪੈਂਦੀ ਆ, ਤਾਂ ਉਹਦੇ ਵਾਸਤੇ ਪਲੈਨਿੰਗ ਜੇ ਸਰਕਾਰ ਕਰਦੀ ਆ ਉਹਨੂੰ ਸਮਾਜਿਕ ਸੁਰੱਖਿਆ ਕਹਿੰਦੇ ਨੇ। ਨੰਬਰ 2 'ਤੇ ਸਮਾਜ ਦੇ ਵਿੱਚ ਸਮਾਨਤਾ ਲਿਆਉਣੀ, ਵੀ ਹਰ ਇੱਕ ਬੰਦਾ ਬਰਾਬਰ ਹੈ, ਠੀਕ ਹੈ, ਕੋਈ ਉੱਚਾ ਨੀਵਾਂ ਨਹੀਂ ਹੈਗਾ। ਥਰਡ, ਫਿਰ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨੀ। ਇਹਦਾ ਮਤਲਬ ਕਿ ਅਜਿਹਾ ਸਮਾਜ ਸਿਰਜਣਾ ਜਿਹਨੂੰ ਹਰ ਸੁਸਾਇਟੀ ਕੀ ਕਰ ਸਕਦੀ ਆ, ਕਰਦੀ ਹੈ, ਐਕਸੈਪਟ ਕਰਦੀ ਹੋਵੇ, ਠੀਕ ਹੈ, ਉਹਨੂੰ ਬੋਲਦੇ ਆ ਸਮਾਜਵਾਦੀ। ਤੀਸਰਾ ਉਦੇਸ਼ ਆਉਂਦਾ ਬੇਟਾ ਰਾਜਨੀਤਿਕ ਉਦੇਸ਼। ਆਰਥਿਕ ਵੀ ਹੋ ਗਿਆ, ਮਨੁੱਖੀ ਵੀ ਹੋ ਗਿਆ, ਸਮਾਜ ਜਿਹਨੂੰ ਸਮਾਜ ਬੋਲਦੇ ਆ ਸਮਾਜਿਕ ਉਦੇਸ਼। ਅਤੇ ਤੀਸਰਾ ਰਾਜਨੀਤਿਕ ਉਦੇਸ਼। ਰਾਜਨੀਤਿਕ ਉਦੇਸ਼ ਦਾ ਮਤਲਬ ਜਿਹੜੀਆਂ ਸਰਕਾਰਾਂ ਨੇ, ਗਵਰਨਮੈਂਟ ਹੈ, ਨੇਤਾ ਵਾਲੇ ਲੋਕ ਆ ਗਏ, ਇਹਨਾਂ ਦਾ ਮੇਨ ਮਕਸਦ ਹੋਣਾ ਸ਼ਾਂਤੀ ਸਥਾਪਿਤ ਕਰਨਾ। ਵੀ ਜਿੱਥੋਂ ਦੇ ਜਿਹੜੇ ਏਰੀਏ ਦੇ ਉਹ ਨੇਤਾ ਲੀਡਰਸ ਬਣਦੇ ਨੇ ਉਹਨਾਂ ਦਾ ਇਹ ਹੋਣਾ ਚਾਹੀਦਾ ਕਿ ਉਸ ਏਰੀਏ ਦੇ ਵਿੱਚ ਕੀ ਰਵੇ, ਸ਼ਾਂਤੀ ਰਵੇ, ਠੀਕ ਹੈ। ਸ਼ਾਂਤੀ ਤਾਂ ਰਹੂਗੀ ਜੇਕਰ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਸੌਰਟ ਆਊਟ ਟਾਈਮ 'ਤੇ ਹੋ ਸਕਣ। ਉਸ ਤੋਂ ਬਾਅਦ ਆਉਂਦਾ ਡਿਫੈਂਸ ਮੀਨ ਸੁਰੱਖਿਆ, ਠੀਕ ਹੈ। ਸੁਰੱਖਿਆ ਹੋਣਾ ਹਰੇਕ ਮਨੁੱਖ ਦੇ ਲਈ ਵੈਰੀ ਇੰਪੋਰਟੈਂਟ ਹੈਗਾ। ਮਤਲਬ ਕਿ ਜਦੋਂ ਵੀ ਇਕਨੋਮਿਕ ਪਲੈਨਿੰਗ ਕੀਤੀ ਜਾਂਦੀ ਹੈ ਤਾਂ ਇਕਨੋਮਿਕ ਪਲੈਨਿੰਗ ਦੇ ਵਿੱਚ ਬੇਸਿਕਲੀ ਇਹ 3 ਓਬਜੈਕਟਿਵ ਜਿਹੜੇ ਨੇ ਉਹ ਡਿਸਾਈਡ ਕੀਤੇ ਜਾਂਦੇ ਨੇ। ਅਗਲਾ ਆਉਂਦਾ ਪ੍ਰੋਸੈਸ ਆਫ ਪਲੈਨਿੰਗ। ਹੁਣ ਪਲੈਨਿੰਗ ਦਾ ਪ੍ਰੋਸੈਸ ਕਿੱਥੋਂ ਸ਼ੁਰੂ ਹੁੰਦਾ? ਸਭ ਤੋਂ ਪਹਿਲਾਂ ਆਉਂਦਾ ਨਿਰਮਾਣ ਤੋਂ, ਫਾਰਮੂਲੇਸ਼ਨ ਤੋਂ। ਜਿਹੜੀ ਹੁਣ ਪਲੈਨਿੰਗ ਕਮਿਸ਼ਨ ਹੋਏਗੀ, ਕਮੇਟੀ ਹੋਏਗੀ, ਉਹ ਬੈਠੇਗੀ, ਠੀਕ ਹੈ। ਉਹ ਹੁਣ ਡਿਸਾਈਡ ਕਰੂਗੀ ਕਿ ਸਾਡੇ ਕੋਲ ਫਿਜ਼ੀਕਲ ਰਿਸੋਰਸ ਅਤੇ ਫਾਈਨੈਂਸ਼ੀਅਲ ਰਿਸੋਰਸ, ਮਤਲਬ ਤੁਹਾਡੇ ਕੋਲ ਭੌਤਿਕ ਸਾਧਨ ਅਤੇ ਜਿਹੜੇ ਪੈਸੇ ਨਾਲ ਰਿਲੇਟਡ ਹੈ ਵਿੱਤੀ ਸਾਧਨ ਨੇ, ਉਹਨਾਂ ਦੀ ਉਹ ਇੱਕ ਸਟਰਕਚਰ ਤਿਆਰ ਕਰਦੇ ਨੇ। ਫਿਰ ਉਹ ਇੱਕ ਪਲਾਨ ਡਰਾਫਟ ਕਰਦੇ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲਾਨ ਕਰਨਾ ਹੈਗਾ ਦੇਸ਼ ਦੇ ਵਿੱਚ, ਤਾਂ ਕਿ ਦੇਸ਼ ਦੇ ਵਿੱਚ ਕੀ ਹੋ ਸਕੇ, ਡਿਵੈਲਪਮੈਂਟ ਹੋ ਸਕੇ। ਉਹਨੂੰ ਬੋਲਦੇ ਆ ਫਾਰਮੂਲੇਸ਼ਨ ਮੀਨਸ ਨਿਰਮਾਣ ਕਰਨਾ। ਨੰਬਰ 2 'ਤੇ ਫਿਰ ਅਡੋਪਟੇਸ਼ਨ। ਦੇਖੋ ਬਿਨਾਂ ਕਿਸੇ ਅਥੋਰਿਟੀ ਤੋਂ ਮਨਜ਼ੂਰ ਕੀਤੇ ਬਿਨਾਂ ਕੋਈ ਵੀ ਪਲੈਨਿੰਗ ਨਹੀਂ ਬਣੇਗਾ, ਕਿਉਂਕਿ ਇਹ ਗਵਰਨਮੈਂਟ ਨਾਲ ਰਿਲੇਟਡ ਹੈ। ਫਿਰ ਜੋ ਵੀ ਉਹਨਾਂ ਨੇ ਆਪਣਾ ਸਟਰਕਚਰ ਰੈਡੀ ਕਰਨਗੇ ਰਿਲੇਟਡ ਟੂ ਪਲੈਨਿੰਗ, ਠੀਕ ਹੈ, ਫਿਰ ਉਹ ਤੋਂ ਪਹਿਲਾਂ ਦੇਸ਼ ਦੀ ਸਰਕਾਰ ਤੋਂ ਮਨਜ਼ੂਰੀ ਲੈਣਗੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਦਾ ਵਿਕਾਸ ਕਰਨਾ ਚਾਹੁੰਦੇ ਹਾਂ, ਸਾਡੇ ਕੋਲ ਆਹ ਸਟਰਕਚਰ ਹੈ, ਇਹ ਢਾਂਚਾ ਹੈਗਾ, ਇਹ ਫਾਈਨਾਂਸ ਆ, ਤਾਂ ਉਸ ਅਕੋਰਡਿੰਗ ਉਹ ਸਰਕਾਰ ਕੀ ਕਰਦੀ ਹੈ, ਮਨਜ਼ੂਰੀ ਦਿੰਦੀ ਹੈ ਵੀ ਜਿਹਨੂੰ ਸਹੀ ਲੱਗਦਾ ਗਾ। ਜੇ ਮਨਜ਼ੂਰੀ ਮਿਲ ਜੇ ਫਿਰ ਥਰਡ ਸਟੈਪ ਹੁੰਦਾ ਐਗਜ਼ੀਕਿਊਟ ਮੀਨਸ ਇੰਪਲੀਮੈਂਟ ਕਰਨਾ। ਵੀ ਜਿਸ ਤਰ੍ਹਾਂ ਦੀ ਪਲੈਨਿੰਗ ਡਿਸਾਈਡ ਕੀਤੀ ਸੀ ਸਟਰਕਚਰ ਦੇ ਵਿੱਚ, ਉਹਨੂੰ ਹੁਣ ਤੁਸੀਂ ਐਕਸ਼ਨ ਦੇ ਵਿੱਚ ਉਹਨੂੰ ਐਗਜ਼ੀਕਿਊਟ ਕਰ ਲਿਆ, ਲਾਗੂ ਕਰ ਲਿਆ, ਠੀਕ ਹੈ। ਅਤੇ ਫੋਰਥ ਸੁਪਰਵਿਜ਼ਨ ਦਾ ਮਤਲਬ ਹੁੰਦਾ ਨਿਗਰਾਨੀ ਰੱਖਣਾ ਦਾ ਮਤਲਬ ਹੁੰਦਾ ਕਿ ਜਿਵੇਂ ਪਲੈਨਿੰਗ ਕੀਤੀ ਸੀ ਉਸ ਤਰੀਕੇ ਨਾਲ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ, ਠੀਕ ਹੈ। ਇਹ 4 ਸਟੈਪ ਸੀਗੇ ਕਿਸੇ ਵੀ ਪਲੈਨਿੰਗ ਨੂੰ ਐਗਜ਼ੀਕਿਊਟ ਮਤਲਬ ਬਣਾਉਣ ਦੇ ਲਈ। ਫਿਰ ਆਉਂਦਾ 5th ਪ੍ਰੀ ਰਿਕੁਇਜ਼ਿਟ ਆਫ ਸਕਸੈਸਫੁਲ ਪਲੈਨਿੰਗ। ਕਿ ਪਲੈਨਿੰਗ ਦੇਖੋ ਜਦੋਂ ਵੀ ਸਕਸੈਸਫੁਲ ਅੱਛੀ ਪਲੈਨਿੰਗ ਬਣਾਉਣੀ ਹੋਵੇ ਤਾਂ ਕੁਛ ਕੁ ਗੱਲਾਂ ਨੂੰ ਮੰਨ ਕੇ ਬਣਦੀ ਹੈ, ਪੂਰਵ ਸ਼ਰਤਾਂ ਜਿਹਨੂੰ ਬੋਲਦੇ ਆ। ਤਾਂ ਉਹ ਮੇਨ ਸ਼ਰਤਾਂ ਇਹ ਨੇ। ਸਭ ਤੋਂ ਪਹਿਲਾਂ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਜਿਹੜੇ ਵੀ ਡਾਟਾ ਤੋਂ ਤੁਸੀਂ ਪਲੈਨਿੰਗ ਕਰਨੀ ਹੈ, ਜਿਹੜੇ ਵੀ ਅੰਕੜਿਆਂ ਤੋਂ, ਉਹ ਭਰੋਸੇਯੋਗ ਯਾਨੀ ਕਿ ਰਿਲਾਇਬਲ ਹੋਣਾ ਚਾਹੀਦਾ ਹੈਗਾ। ਇਹ ਨਹੀਂ ਹੈਗਾ ਵੀ ਉਹ ਕੋਈ ਝੂਠਾ ਤਿਆਰ ਕੀਤਾ ਹੋਇਆ ਅੰਕੜਾ ਹੋਵੇ ਜਿੱਥੇ ਤੁਸੀਂ ਦੇਖ ਕੇ ਪਲੈਨਿੰਗ ਕਰੋਗੇ। ਨੰਬਰ 2 'ਤੇ ਆਉਂਦਾ ਉਚਿਤ ਆਰਥਿਕ ਸੰਗਠਨ। ਜੋ ਵੀ ਤੁਸੀਂ ਸਟਰਕਚਰ ਤਿਆਰ ਕਰਨਾ ਹੈ, ਸੰਗਠਨ ਤਿਆਰ ਕਰਨਾ, ਉਹ ਬਿਲਕੁਲ ਸਹੀ ਹੋਣਾ ਚਾਹੀਦਾ। ਇੰਨਾ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ, ਇੰਨਾ ਘੱਟ ਵੀ ਨਹੀਂ ਹੋਣਾ ਚਾਹੀਦਾ, ਤਾਂ ਕਿ ਤੁਹਾਨੂੰ ਵੀ ਬਣਾਉਣ ਦੇ ਵਿੱਚ ਉਹਨੂੰ
ਦਿੱਕਤ ਆਵੇ। ਥਰਡ ਆਉਂਦਾ ਹੈ ਪੋਲੀਟੀਕਲ ਸਟੇਬਿਲਿਟੀ। ਤੁਸੀਂ ਇਹ ਮਤਲਬ ਜਦੋਂ ਵੀ ਪਲੈਨਿੰਗ ਕਰਦੇ ਹੋ ਨਾ, ਇਹ ਗੱਲ ਸੋਚ ਕੇ, ਇਹ ਗੱਲ ਮੰਨ ਕੇ ਕਰਦੇ ਹੋ ਕਿ ਪੋਲੀਟੀਕਲ ਪਾਰਟੀ ਬਿਲਕੁਲ ਵੀ ਚੇਂਜ ਨਹੀਂ ਹੋਊਗੀ, ਉਹ ਸਟੇਬਲ ਹੀ ਰਹੂਗੀ। ਉਸ ਤੋਂ ਬਾਅਦ ਆਉਂਦਾ ਐਫੀਸ਼ੀਐਂਟ ਅਤੇ ਓਨੈਸਟ ਐਡਮਿਨਿਸਟ੍ਰੇਸ਼ਨ। ਫਿਰ ਜਿਨ੍ਹਾਂ ਨੇ ਪਲੈਨਿੰਗ ਐਗਜ਼ੀਕਿਊਟ ਕਰਨਾ, ਇਹ ਮੰਨ ਕੇ ਚੱਲੋ ਕਿ ਉਹ ਐਡਮਿਨਿਸਟ੍ਰੇਸ਼ਨ, ਉਹ ਜਿਹੜੇ ਅਧਿਕਾਰੀ ਨੇ ਉਹ ਬਿਲਕੁਲ ਓਨੈਸਟ ਨੇ ਅਤੇ ਪੂਰੇ ਕੰਮ ਕਰਨ ਦੇ ਵਿੱਚ ਕੁਸ਼ਲ ਨੇ। ਅਗਲਾ ਫਿਕਸੇਸ਼ਨ ਆਫ ਟਾਰਗੇਟਸ ਐਂਡ ਪ੍ਰਾਇਓਰਿਟੀਜ਼। ਇਸ ਤੋਂ ਇਲਾਵਾ ਜੋ ਵੀ ਆਉਣ ਵਾਲੇ ਸਮੇਂ 'ਚ ਸਟੈਂਡਰਡ ਹੋਏਗਾ, ਟਾਰਗੇਟ ਹੋਏਗਾ, ਉਹਨੂੰ ਪਹਿਲਾਂ ਫਿਕਸ ਕੀਤਾ ਜਾਊਗਾ, ਠੀਕ ਹੈ। ਫਿਰ ਸਾਰਿਆਂ ਨੂੰ ਉਹਨਾਂ ਬਾਰੇ ਦੱਸਿਆ ਜਾਊਗਾ। ਪ੍ਰੋਪਰ ਬੈਲੈਂਸ, ਸਾਰੇ ਟੀਚਿਆਂ ਦੇ ਵਿੱਚ, ਸਾਰੇ ਸੈਕਟਰਸ ਦੇ ਵਿੱਚ ਪ੍ਰੋਪਰ ਕੀ ਬਣਾਇਆ ਜਾਏਗਾ, ਬੈਲੈਂਸ ਬਣਾ ਕੇ ਹੀ ਪਲੈਨਿੰਗ ਕੀਤੀ ਜਾਂਦੀ ਹੈ। ਔਰ ਪਬਲਿਕ ਕੋਆਪਰੇਸ਼ਨ ਸਭ ਤੋਂ ਵੱਡਾ, ਵਿਦਾਊਟ ਪਬਲਿਕ ਤੁਸੀਂ ਕੋਈ ਵੀ ਸਰਕਾਰ ਕੁਛ ਵੀ ਨਹੀਂ ਕਰ ਸਕਦੀ ਗੀ। ਪਬਲਿਕ ਦੇ ਕੋਆਪਰੇਸ਼ਨ ਦੀ ਸਰਕਾਰ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅਤੇ ਲਾਸਟ ਇਹਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਥਿਊਰੀ ਆਫ ਕੰਜੰਪਸ਼ਨ। ਕੰਜੰਪਸ਼ਨ ਦਾ ਮਤਲਬ ਹੁੰਦਾ ਕਿ ਜੇ ਇਨਕਮ ਆਊਗੀ ਤਾਂ ਓਬਵੀਅਸ ਜੀ ਗੱਲ ਆ, ਉਹਦੇ ਵਿੱਚ ਫਿਰ ਖਰਚੇ ਵੀ ਹੋਣਗੇ, ਠੀਕ ਹੈ ਨਾ। ਕੰਜੰਪਸ਼ਨ ਦਾ ਮਤਲਬ ਉਪਭੋਗ ਹੁੰਦਾ, ਉਪਭੋਗ ਦਾ ਮਤਲਬ ਕੀ ਹੁੰਦਾ, ਖਰਚੇ। ਹੁਣ ਇਹ ਖਰਚੇ ਇਹ ਨਹੀਂ ਹੈਗੇ ਕਿ ਵੇਸਟਫੁਲ ਖਰਚੇ ਕਰਨੇ। ਸਰਕਾਰ ਨੂੰ ਚਾਹੀਦਾ ਸਿਰਫ ਜਿਹੜੇ ਕੰਮ ਵਿਕਾਸਸ਼ੀਲ ਨੇ, ਜਿਨ੍ਹਾਂ ਤੋਂ ਬਿਨਾਂ ਬਿਲਕੁਲ ਵੀ ਦੇਸ਼ ਦਾ ਕੁਛ ਨਹੀਂ, ਸਰ ਨਹੀਂ ਸਕਦਾ ਹੈਗਾ, ਉਹਨਾਂ 'ਤੇ ਖਰਚਾ ਕਰੇ, ਕੋਈ ਵੇਸਟਫੁਲ ਖਰਚਾ ਨਾ ਕਰੇ। ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਵੇਂ ਆਪਣੇ ਡੇਲੀ ਲਾਈਫ ਦੇ ਵਿੱਚ ਜੇ ਆਪਣੇ ਕੋਲ ਕਲਰ TV, ਕਾਰ, ਵੀਡੀਓਜ਼ ਵਗੈਰਾ ਨਹੀਂ ਹੈਗੀਆਂ ਤਾਂ ਇਟਸ ਓਕੇ, ਠੀਕ ਹੈ ਨਾ। ਵੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਐਸ਼ੋ ਆਰਾਮ ਵਾਲੀ ਚੀਜ਼ਾਂ ਚਾਹੀਦੀਆਂ ਨੇ। ਆਪਾਂ ਨੂੰ ਸਿਰਫ ਆਪਣੀ ਜ਼ਿੰਦਗੀ ਨੂੰ ਸਰਵਾਈਵ ਕਰਨ ਲਈ ਸਭ ਤੋਂ ਬੇਸਿਕ ਨੀਡਸ ਦੀ ਲੋੜ ਹੁੰਦੀ ਹੈ। ਅਤੇ ਗਵਰਨਮੈਂਟ ਨੇ ਜੇ ਮੰਨ ਲਓ ਗਰੀਬ ਲੋਕਾਂ 'ਤੇ ਖਰਚਾ ਕਰਨਾ ਤਾਂ ਉਹ ਬੇਸਿਕ ਨੀਡਸ, ਬੇਸਿਕ ਲੋੜਾਂ ਦੇ ਉੱਤੇ ਖਰਚ ਕਰੇ, ਠੀਕ ਹੈ। ਅੱਜ ਲਈ ਇੰਨਾ, ਬਾਕੀ ਆਪਾਂ ਕੱਲ੍ਹ ਪੜ੍ਹਾਂਗੇ ਬੇਟਾ।